ਕੀ ਹਾਲ ਨੇ ਸਾਥੀਓ। ਉਮੀਦ ਕਰਦਾ ਕਿ ਤੁਹਾਡੀ ਪੜ੍ਹਾਈ ਵਧੀਆ ਚੱਲ ਰਹੀ ਹੋਣੀ ਆ। ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ ਸੀ ਕਿ ਇੱਕ ਨਾ 2019 ਦੇ ਵਿੱਚ ਪੋਸਟਾਂ ਆਈਆਂ ਸੀਗੀਆਂ ਰੇਲਵੇ ਦੇ ਵਿੱਚ। ਲੱਖ ਪੋਸਟ ਆਈ ਸੀਗੀ ਇਕੱਠੀ 10ਵੀਂ ਬੇਸ 'ਤੇ। ਸੋ 19 ਤੋਂ ਬਾਅਦ ਤੁਹਾਨੂੰ ਪਤਾ ਕਰੋਨਾ ਚੱਲੀ ਗਿਆ, ਜਿਹਦੇ ਕਰਕੇ ਪੇਪਰ ਨਹੀਂ ਲਿਆ ਗਿਆ। ਪਰੰਤੂ ਹੁਣ ਅਪ੍ਰੈਲ ਦੇ ਮਹੀਨੇ, ਹਾਲਾਂਕਿ ਪੇਪਰ ਦੀ ਡੇਟ ਤਾਂ ਪਹਿਲਾਂ ਹੀ ਆ ਚੁੱਕੀ ਸੀ ਫਰਵਰੀ ਦੇ ਵਿੱਚ, ਤੁਹਾਨੂੰ ਪਤਾ ਰੇਲਵੇ 'ਚ ਰੌਲਾ ਪੈ ਗਿਆ ਸੀ, ਤਾਂ ਕਰਕੇ ਅਗਲੇ ਮਹੀਨੇ ਅਪ੍ਰੈਲ ਦੇ ਐਂਡ ਦੇ ਵਿੱਚ ਪੇਪਰ ਹੋ ਰਿਹਾ ਗਾ ਗਰੁੱਪ ਡੀ ਦਾ ਲੱਖ ਪੋਸਟਾਂ ਦਾ। ਅਤੇ ਇੱਕੋ ਹੀ ਪੇਪਰ ਆ, ਜਿਹੜਾ ਬੱਚਾ ਪੇਪਰ ਕੱਢ ਜੂਗਾ ਉਹਨੂੰ ਦੈਟ ਇਜ਼ ਕਿ ਰੇਲਵੇ 'ਚ ਸਰਕਾਰੀ ਜੋਬ ਲੱਗੂਗੀ। ਸੋ ਜਿਹੜੇ ਮੁੰਡੇ ਜਾਂ ਕੁੜੀਆਂ ਧਿਆਨ ਕਰਿਓ, ਜਿਨ੍ਹਾਂ ਨੇ ਪੋਸਟਾਂ ਭਰੀਆਂ ਹੋਈਆਂ ਉਹਨਾਂ ਨੂੰ ਦੱਸਿਓ ਕਿ ਪੱਖੋ ਕਲਾਂ ਦੇ ਵਿੱਚ ਤਿਆਰੀ ਸਟਾਰਟ ਕਰਵਾਈ ਗਈ ਆ। ਕੋਈ ਵੀ ਮੁੰਡਾ ਕੁੜੀ ਇਹਦੀ ਤਿਆਰੀ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਆ ਸਕਦਾ। ਰਿਹਾਇਸ਼ ਦਾ ਵਧੀਆ ਪ੍ਰਬੰਧ ਹੈ, ਕੋਈ ਇਸ਼ੂ ਵਾਲੀ ਗੱਲ ਨਹੀਂ, ਦੱਬ ਕੇ ਤਿਆਰੀ ਕਰਾਵਾਂਗੇ। ਚਲੋ ਆਓ ਆਪਾਂ ਆਪਣੇ ਟੌਪਿਕ ਵੱਲ ਚੱਲਦੇ ਹਾਂ। ਅੱਜ ਕੁਝ ਕੁਐਸਚਨ ਲੈ ਕੇ ਆਏ ਹਾਂ GK ਦੇ, ਜਿਹੜੇ ਕਿ ਤੁਹਾਡੇ ਵਾਸਤੇ ਇੰਪੋਰਟੈਂਟ ਨੇ। ਅਸੀਂ ਦੇਖਦੇ ਹਾਂ ਕਿ ਬਹੁਤ ਹੀ ਵਧੀਆ ਕੁਐਸਚਨ ਆ ਪਹਿਲੇ ਹੀ, ਕਿ 1923 ਦੇ ਵਿੱਚ ਇੱਕ ਸਵਰਾਜ ਪਾਰਟੀ ਬਣਾਈ ਗਈ ਸੀ। ਅਸਲ ਵਿੱਚ ਤੁਹਾਨੂੰ ਥੋੜ੍ਹਾ ਬੈਕਗਰਾਊਂਡ ਦਿੰਦਾ ਮੈਂ। ਬੈਕਗਰਾਊਂਡ ਕੀ ਆ ਕਿ 1920 ਦੇ ਵਿੱਚ ਮਹਾਤਮਾ ਗਾਂਧੀ ਜੀ ਦੁਆਰਾ ਨਾ ਮਿਲਵਰਤਨ ਅੰਦੋਲਨ ਚਲਾਇਆ ਗਿਆ ਸੀ, ਪਰੰਤੂ 22 ਦੇ ਵਿੱਚ ਜਾ ਕੇ ਉਹ ਅੰਦੋਲਨ ਫੇਲ ਹੋ ਗਿਆ। ਚੋਰਾ ਚੋਰੀ ਦੀ ਘਟਨਾ ਹੋਈ, ਜਿਸ ਕਰਕੇ ਅੰਦੋਲਨ ਫੇਲ ਹੋ ਜਾਂਦਾ। ਤਾਂ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਅੱਧੇ ਬੰਦੇ ਕਹਿਣ ਲੱਗ ਜਾਂਦੇ ਨੇ ਵੀ ਯਾਰ ਅੰਦੋਲਨਾਂ ਨਾਲ ਕੁਝ ਨਹੀਂ ਹੋਣ ਲੱਗਿਆ, ਸਾਨੂੰ ਵੋਟਾਂ 'ਚ ਖੜਾ ਹੋਣਾ ਚਾਹੀਦਾ, ਭਾਵ ਸਾਨੂੰ MP MLA ਬਣਨਾ ਚਾਹੀਦਾ ਅਤੇ ਅਸੀਂ ਆਪਣੇ ਮੁੱਦੇ MP MLA ਬਣ ਕੇ ਚਲਾਵਾਂਗੇ। ਪਰੰਤੂ ਉਸ ਟਾਈਮ 'ਤੇ ਕਾਂਗਰਸ ਪਾਰਟੀ ਕਹਿੰਦੀ ਵੀ ਨਹੀਂ, ਅਸੀਂ ਕੋਈ MP MLA ਦੀਆਂ ਵੋਟਾਂ 'ਚ ਖੜੇ ਨਹੀਂ ਹੁੰਦੇ। ਤਾਂ ਉਹਨਾਂ ਵਿੱਚੋਂ ਦੋ ਬੰਦੇ ਹੁੰਦੇ ਨੇ, ਇੱਕ ਕੌਣ, ਮੋਤੀ ਲਾਲ ਨਹਿਰੂ ਜੀ, ਇੱਕ ਹੁੰਦੇ ਚਿਤਰੰਜਨ ਦਾਸ ਜੀ। ਇਹ ਦੋਨੇ ਅਲੱਗ ਹੋ ਕੇ ਇੱਕ ਪਾਰਟੀ ਬਣਾਉਣਗੇ ਜਿਹਦਾ ਨਾਮ ਹੋਊਗਾ ਸਵਰਾਜ ਪਾਰਟੀ। ਨਾਮ ਕੀ ਹੈ? ਸਵਰਾਜ ਪਾਰਟੀ। ਉਹ ਸਵਰਾਜ ਪਾਰਟੀ ਦੇ ਅੰਡਰ, ਭਾਵ ਕਾਂਗਰਸ ਤਾਂ ਖੜੇ ਹੋਣ ਨਹੀਂ ਦੇ ਰਹੀ, ਤਾਂ ਸਵਰਾਜ ਪਾਰਟੀ ਦੇ ਅੰਡਰ ਇਹ ਵੋਟਾਂ ਵਿੱਚ ਖੜੇ ਹੁੰਦੇ ਨੇ ਅਤੇ ਵੋਟਾਂ 'ਚ ਖੜੇ ਹੋ ਕੇ ਇਹ ਭਾਰਤ ਦੇ ਵਿੱਚੋਂ ਕੀ ਬਣਦੇ ਨੇ? MP MLA ਬਣਦੇ ਨੇ। ਤਾਂ ਇਹਨਾਂ ਦੇ ਇਕੱਲੇ ਇਹ ਬੰਦੇ ਨਹੀਂ, ਬੰਦੇ ਹੋਰ ਵੀ ਸੀ, ਪਰ ਮੇਨ ਬੰਦੇ ਕੀ ਨੇ? ਇਹ ਨੇ। ਸੋ ਸਾਥੀਓ, ਕੁਐਸਚਨ ਇਹ ਹੈ ਕਿਹੜੀ ਇਹ ਪਾਰਟੀ ਬਣਾਈ ਗਈ ਸੀ, ਇਹ ਪਾਰਟੀ ਕਿੱਥੇ ਬਣਾਈ ਗਈ ਸੀ? ਤਾਂ ਅਸੀਂ ਦੇਖਦੇ ਹਾਂ ਕਿਹੜੀ ਇਹ ਪਾਰਟੀ ਹੈ, ਇਲਾਹਾਬਾਦ ਦੇ ਵਿੱਚ ਬਣਾਈ ਗਈ ਸੀ। ਇਲਾਹਾਬਾਦ ਜੋ ਇੰਪੋਰਟੈਂਟ ਸ਼ਹਿਰ ਆ UP ਦੇ ਵਿੱਚ, ਉੱਤਰ ਪ੍ਰਦੇਸ਼ ਦਾ ਇਹ ਸ਼ਹਿਰ ਹੈ ਇਲਾਹਾਬਾਦ। ਕੁਐਸਚਨ ਇਹ ਵੀ ਬਣਦਾ ਕਿਹੜਾ ਇਹ ਉੱਤਰ ਪ੍ਰਦੇਸ਼ ਦਾ ਸ਼ਹਿਰ ਆ, ਇਹਦਾ ਨਾਂ ਚੇਂਜ ਕਰ ਦਿੱਤਾ ਗਿਆ, ਇਹਦਾ ਨਾਂ ਹੁਣ ਪ੍ਰਯਾਗਰਾਜ ਰੱਖਿਆ ਗਿਆ। ਇਲਾਹਾਬਾਦ ਸ਼ਹਿਰ ਦੀ ਸਥਾਪਨਾ ਸਾਨੂੰ ਪੁੱਛਿਆ ਹੋਇਆ ਵੀ ਕਿਸ ਦੁਆਰਾ ਕੀਤੀ ਗਈ ਸੀ, ਤਾਂ ਰਾਜਾ ਅਕਬਰ ਹੋਏ ਨੇ। ਅਕਬਰ ਦੁਆਰਾ ਇਲਾਹਾਬਾਦ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ, ਪਰ ਅੱਜ ਇਹਦਾ ਨਾਂ ਪ੍ਰਯਾਗਰਾਜ ਆ। अगला क्वेश्चन है, वर्ष 1919 में पंजाब में हुए क्रूर अत्याचारों के विरोध में ब्रिटिश सरकार से प्राप्त सर की उपाधि किसने वापस कर दी? ਅਸੀਂ ਦੇਖਦੇ ਹਾਂ ਕਿ 13 ਅਪ੍ਰੈਲ 1919 ਦੇ ਵਿੱਚ ਜਲਿਆਂਵਾਲਾ ਬਾਗ ਹੱਤਿਆਕਾਂਡ ਹੋਇਆ। ਇਹ ਤੋਂ ਬਾਅਦ ਸਾਡੇ ਬਹੁਤ ਹੀ ਪਿਆਰੇ ਰਵਿੰਦਰ ਨਾਥ ਟੈਗੋਰ ਜੀ ਦੁਆਰਾ ਸਰ ਦੀ ਉਪਾਧੀ ਵਾਪਸ ਕਰਤੀ ਗਈ ਸੀ, ਵਿਰੋਧ ਦੇ ਵਿੱਚ ਕਿ ਜੋ ਅੰਗਰੇਜ਼ਾਂ ਨੇ ਕੀਤਾ ਉਹ ਸਹੀ ਨਹੀਂ ਕੀਤਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਰੋਲਡ ਸੱਤਿਆਗ੍ਰਹਿ ਦਾ ਵਿਰੋਧ ਕਰ ਰਹੇ ਸੀਗੇ ਅੰਮ੍ਰਿਤਸਰ ਦੇ ਵਿੱਚ। ਦੋ ਬੰਦੇ ਨਾਮ ਯਾਦ ਰੱਖਣੇ ਨੇ, ਕਿਹੜੇ ਕਿਹੜੇ? ਡਾਕਟਰ ਸਤਪਾਲ ਅਤੇ ਡਾਕਟਰ ਸੈਫੂਦੀਨ ਕਿਚਲੂ ਜੀ। ਡਾਕਟਰ ਸਤਪਾਲ ਅਤੇ ਡਾਕਟਰ ਸੈਫੂਦੀਨ ਕਿਚਲੂ ਜੀ ਕਰਕੇ ਅਸੀਂ ਦੇਖਦੇ ਹਾਂ ਕਿ ਰੋਲਡ ਸੱਤਿਆਗ੍ਰਹਿ ਦਾ ਵਿਰੋਧ ਕਰ ਰਹੇ ਨੇ ਦੋਨੇ ਬੰਦੇ, ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਜਿਹਦੇ ਕਰਕੇ ਹੀ ਜਲਿਆਂਵਾਲਾ ਬਾਗ ਹੱਤਿਆਕਾਂਡ ਹੁੰਦਾ। ਅਗਲਾ क्वेश्चन ਆ ਕਿ ਅਰਾਵਲੀ ਕੀ ਪਹਾੜੀਆਂ ਕਿਸ ਰਾਜਿਆ ਮੇਂ ਸਥਿਤ ਹੈ? ਤਾਂ ਅਰਾਵਲੀ ਦੀਆਂ ਪਹਾੜੀਆਂ ਕਿਹੜੇ ਰਾਜ 'ਚ ਨੇ? ਬਹੁਤ ਹੀ ਵਧੀਆ ਕੁਐਸਚਨ ਆ। ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਪਹਾੜੀਆਂ ਨੇ ਅਰਾਵਲੀ ਪਹਾੜੀਆਂ। ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਪਹਾੜੀਆਂ ਅਰਾਵਲੀ ਪਹਾੜੀਆਂ ਨੇ। ਜੇ ਕੁਐਸਚਨ ਆਇਆ ਕਿ ਅਰਾਵਲੀ ਪਹਾੜੀਆਂ ਕਿਹੜੇ ਰਾਜ 'ਚ ਨੇ, ਸਾਨੂੰ ਪਤਾ ਹੈ ਰਾਜਸਥਾਨ ਦੇ ਵਿੱਚ ਨੇ। ਮਾਊਂਟ ਆਬੂ ਸਭ ਤੋਂ ਉੱਚੀ ਚੋਟੀ ਹੈ ਇਹਨਾਂ ਅਰਾਵਲੀ ਪਹਾੜੀਆਂ ਦੀ, ਉੱਥੇ ਸ਼ਹਿਰ ਵਸਿਆ ਹੋਇਆ ਮਾਊਂਟ ਆਬੂ, ਤਾਂ ਲੋਕ ਘੁੰਮਣ ਜਾਂਦੇ ਨੇ। ਉਹ ਇਹ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਹੈ।
किस विटामिन की कमी से बच्चों में रिक्टस नाम का रोग होता है? ਤਾਂ ਰਿਕਟਸ ਦੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ। ਕੁਐਸਚਨ ਇਹ ਹੈ ਕਿ ਕਿਹੜੇ ਵਿਟਾਮਿਨ ਦੀ ਕਮੀ ਕਰਕੇ ਇਹ ਰਿਕਟਸ ਰੋਗ ਹੁੰਦਾ? ਸਾਨੂੰ ਪਤਾ ਵਿਟਾਮਿਨ ਡੀ ਦੀ ਕਮੀ ਕਰਕੇ ਇਹ ਰਿਕਟਸ ਦਾ ਰੋਗ ਹੁੰਦਾ। ਤਾਂ ਵਿਟਾਮਿਨ ਡੀ ਦੀ ਕਮੀ ਕਰਕੇ ਰਿਕਟਸ ਦਾ ਰੋਗ ਹੁੰਦਾ। ਅਸੀਂ ਪੜ੍ਹਿਆ ਸੀ ਕਿ ਜਿਹੜਾ ਧੁੱਪ ਆ, ਧੁੱਪ ਦੇ ਵਿੱਚੋਂ ਵੀ ਸਾਨੂੰ ਇੱਕ ਵਿਟਾਮਿਨ ਮਿਲਦਾ। ਜੇ ਕੁਐਸਚਨ ਆਉਂਦਾ ਕਿ ਕਿਹੜਾ ਵਿਟਾਮਿਨ ਧੁੱਪ ਦੇ ਵਿੱਚੋਂ ਮਿਲਦਾ ਤਾਂ ਉੱਤਰ ਆਊਗਾ ਵਿਟਾਮਿਨ ਡੀ। आगे क्वेश्चन आ कि शरीर में हीमोग्लोबिन का क्या कार्य है? बहुत बढ़िया क्वेश्चन आ। सब तो पहले क्वेश्चन याद रखना कि हीमोग्लोबिन आ ये तीन तरह के सैल ने खून दे विच। पहली गल तो खून च हुंदा, खून दे विच तीन तरह के सैल ने RBC, WBC ते प्लेटलैट्स। RBC लाल रक्त हुंदे ने शुक्राणु ते जिहड़े WBC ने किने वाइट ब्लड सैल्स ने। असीं देखते हैं कि खून का जिहड़ा लाल रंग आ वो RBC करके हुंदा ते RBC च की पाया जाता? हीमोग्लोबिन पाया जाता। तो हीमोग्लोबिन RBC दे विच हुंदा। इहदा जिहड़ा मुख कारण आ असीं देखते हैं कि मुख काम आ वो सैलां तक ऑक्सीजन नूं पहुँचाउणा। जिहड़ा आपां साह लैंदे आ, साह लैके जिहड़ी ऑक्सीजन आ ਉਹ ਸਾਡੇ ਸੈੱਲਾਂ ਤੱਕ ਜਾਂਦੀ ਆ। ਸਾਡੇ ਸੈੱਲਾਂ ਤੱਕ ਆਕਸੀਜਨ ਨੂੰ ਪਹੁੰਚਦਾ ਕੰਮ ਕਰਨਾ ਉਹ ਕਿਹਦਾ ਗਾ? ਹੀਮੋਗਲੋਬਿਨ ਦਾ ਹੁੰਦਾ ਸਾਥੀਓ। ਅਸੀਂ ਦੇਖਦੇ ਹਾਂ ਕਿ ਹੀਮੋਗਲੋਬਿਨ ਦੇ ਵਿੱਚ ਲੋਹਾ ਹੁੰਦਾ, ਆਇਰਨ। ਆਇਰਨ ਦੀ ਜੇਕਰ ਕਮੀ ਹੋ ਜਾਵੇ ਤਾਂ ਸਾਨੂੰ ਅਨੀਮੀਆ ਨਾਂ ਦੀ ਬਿਮਾਰੀ ਵੀ ਲੱਗਦੀ ਆ। ਜੇ ਕੁਐਸਚਨ ਆਇਆ ਕਿ ਸਾਡੇ ਸਰੀਰ ਨਿੱਕੇ ਨਿੱਕੇ ਸੈੱਲਾਂ ਤੋਂ ਮਿਲ ਕੇ ਬਣੇ ਹੋਏ ਨੇ, ਇਹ ਗੱਲ ਦੀ ਖੋਜ ਕਿਹਨੇ ਕੀਤੀ ਸੀ? ਤਾਂ ਵਿਗਿਆਨੀ ਸੀ ਰੋਬਰਟ ਹੁੱਕ। ਰੋਬਰਟ ਹੁੱਕ ਦੁਆਰਾ ਸੈੱਲ ਦੀ ਖੋਜ ਕੀਤੀ ਗਈ ਸੀ। ਸੌਖਾ ਕੁਐਸਚਨ ਆ ਕਿ ਰੈੱਡ ਕਲਿਫ ਰੇਖਾ, ਰੈੱਡ ਕਲਿਫ ਜਿਹੜੀ ਰੇਖਾ ਗੀ ਉਹ ਕਿਹੜੇ ਕਿਹੜੇ ਦੋ ਦੇਸ਼ਾਂ ਦੇ ਵਿਚਾਲੇ ਆਉਂਦੀ ਆ? ਤਾਂ ਅਸੀਂ ਦੇਖਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੀ ਵੀ ਸੀਮਾ, ਕਿਉਂਕਿ ਇਹ ਰੈੱਡ ਕਲਿਫ ਨਾਂ ਦੇ ਬੰਦੇ ਦੁਆਰਾ ਮਾਰੀ ਹੋਈ ਲਾਈਨ ਆ। ਬਾਊਂਡਰੀ ਰੈੱਡ ਕਲਿਫ ਨਾਂ ਦੇ ਇੱਕ ਬੰਦੇ ਦੁਆਰਾ ਬਣਾਈ ਗਈ ਸੀ, ਤਾਂ ਉਹਦੇ ਨਾਂ 'ਤੇ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਨੂੰ रेड क्लिफ लाइन कहते हैं। किस राज्य में राष्ट्रपति शासन किस अनुच्छेद के तहत लगाया जाता है? साथियों राष्ट्रपति शासन लग जाता हुंदा जिन्हों प्रेजिडेंट रूल कहते हैं जदों सरकार कोले बहुमत ना होवे। मान लो पंजाब सरकार च कोई सरकार, मान लो पंजाब च सरकार बनी परंतु उन्होंने कोले MLA की कमी आ गई, उहदे MLA छड्ड के भज गए, तो जिहड़ा बहुमत सीगा वो नहीं मिलिया, तो उस टाइम ते साडी सरकार नूं जां साडा संविधान कहता कि उत्थे की लगूगा? राष्ट्रपति शासन लगदा। किहड़े रूल के अंडर? 356 के अंडर। बहुत ही महत्वपूर्ण क्वेश्चन आ। 356 आर्टिकल के अंडर असीं काहदी गल करदे हां? असीं राष्ट्रपति राज की गल करदे हां, प्रेजिडेंट रूल की गल करदे हां। बहुत सारे एक तरीका हुंदा भी जिहदे विच आपां कहने भी MLA की गिणती घट गई, होर भी काफ़ी तरह के काम हुंदे ने जिहदे करके साडी केंद्र सरकार की ला सकती है? राष्ट्रपति राज लागू कर सकती है। एक बार राष्ट्रपति राज लागू हो गया तो सारा काम सीधा केंद्र सरकार के हत्थां दे विच चला जाता। वो जिहड़े भी कानून साडी पहलां स्टेट बनाउंदी सीगी उहनूं केंद्र सरकार बनाऊगी तो सारा काम फाइनांस का काम, रुपया धेला सारा वो सेंटर सरकार के अधीन चला जाता। ये तो इलावा रखना 352 आर्टिकल संविधान का 352 आर्टिकल भी बहुत इंपॉर्टेंट आ। 352 आर्टिकल नैशनल एमरजेंसी, जेकर भारत से कोई हमला हो जाए बाहरले पासियों तो उस टाइम पर प्रेजिडेंट रूल नहीं, नैशनल एमरजेंसी लगती है जिसका आर्टिकल 352 आर्टिकल आ। अगे चलते हैं। स्वामी विवेकानंद रामकृष्ण की मिशन की स्थापना किस वर्ष की गई? बहुत बढ़िया क्वेश्चन है। स्वामी विवेकानंद जी द्वारा रामकृष्ण मिशन की स्थापना की गई है। स्वामी विवेकानंद जी का नाम आ वो भारतीय कल्चर नूं, भारती सभ्यता नूं दुनिया तक लैके जाण दे विच बड़ा नाम उन्हां दा। तुहानूं जिहड़ा इस बारी रिलेशन का पेपर होया सीगा फतेहगढ़ साहब च, उहदा पहला क्वेश्चन ये सीगा कि स्वामी विवेकानंद जी ने 1893 दे विच
ਭਾਰਤੀ ਸੌਰੀ ਧਾਰਮਿਕ ਕੇਂਦਰ ਦੇ, ਦੁਬਾਰਾ ਕੁਐਸਚਨ ਬੋਲਦਾ। ਪਹਿਲਾ ਕੁਐਸਚਨ ਇਹ ਸੀਗਾ ਕਿ ਸਵਾਮੀ ਵਿਵੇਕਾਨੰਦ ਜੀ ਦੁਆਰਾ 1893 ਦੇ ਵਿੱਚ ਇੱਕ ਮੀਟਿੰਗ ਵਿੱਚ ਭਾਗ ਲਿਆ ਗਿਆ ਸੀ, ਜੋ ਧਰਮ ਦੀ ਮੀਟਿੰਗ ਸੀ, ਧਰਮ ਸੰਮੇਲਨ 'ਚ ਭਾਗ ਲਿਆ ਗਿਆ ਸੀ। ਤਾਂ ਉਹ ਧਰਮ ਸੰਮੇਲਨ ਕਦੋਂ ਹੋਇਆ ਸੀ? ਪੇਪਰ 'ਚ ਕੁਐਸਚਨ ਸੀ ਕਿ ਤਰੀਕ ਪੁੱਛੀ ਸੀ, ਸਾਲ। ਤਾਂ ਅਸੀਂ ਦੇਖਦੇ ਹਾਂ ਉਹਦਾ ਉੱਤਰ ਸੀਗਾ 1893। 1893 ਦੇ ਵਿੱਚ ਸ਼ਿਕਾਗੋ ਦੇ ਵਿੱਚ ਇੱਕ ਧਰਮ ਸੰਮੇਲਨ ਦੇ ਵਿੱਚ ਪਾਰਟੀਸਪੇਟ ਕਰਨ ਲਈ ਜਾਂਦੇ ਨੇ ਸਵਾਮੀ ਵਿਵੇਕਾਨੰਦ ਜੀ, ਜਿੱਥੋਂ ਉਹਨਾਂ ਦਾ ਬਹੁਤ ਨਾਮ ਬਣਦਾ। ਇਹ ਤੋਂ ਬਾਅਦ ਉਹ ਭਾਰਤ ਵਿੱਚ ਆ ਕੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਰਦੇ ਨੇ। ਕੁਐਸਚਨ ਕਦੋਂ ਕਰਨਗੇ? ਤਾਂ 1897 ਦੇ ਵਿੱਚ। 93 'ਚ ਸ਼ਿਕਾਗੋ ਜਾਣਗੇ, ਸ਼ਿਕਾਗੋ ਸ਼ਹਿਰ ਅਮਰੀਕਾ ਦੇ ਵਿੱਚ ਆ, ਉੱਥੇ ਧਰਮ ਸੰਮੇਲਨ 'ਚ ਪਾਰਟੀਸਪੇਟ ਕਰਦੇ ਨੇ। ਅਤੇ 97 ਦੇ ਵਿੱਚ ਉਹ ਭਾਰਤ ਵਿੱਚ ਆ ਕੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਰਦੇ ਨੇ। 1867 ਦੇ ਵਿੱਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਤਾਂ ਅਸੀਂ ਦੇਖਦੇ ਹਾਂ ਕਿ ਇੱਕ ਬਹੁਤ ਹੀ ਮਹਾਰਾਸ਼ਟਰ ਤੋਂ ਸਮਾਜ ਸੁਧਾਰਕ ਹੋਏ ਨੇ, ਆਤਮਾ ਰਾਮ ਪਾਂਡੂਰੰਗ ਜੀ। ਆਤਮਾ ਰਾਮ ਪਾਂਡੂਰੰਗ ਜੀ ਦੁਆਰਾ ਪ੍ਰਾਰਥਨਾ ਸਮਾਜ ਦੀ ਸਥਾਪਨਾ ਕੀਤੀ ਗਈ। ਇਹ ਸਮਾਜ ਮੁੱਖ ਤੌਰ 'ਤੇ ਜਾਤ ਪਾਤ ਦੇ ਅਗੇਂਸਟ ਸੀਗਾ ਅਤੇ ਹਮੇਸ਼ਾ ਇਹ ਕੁੜੀਆਂ ਨੂੰ ਉੱਪਰ ਚੁੱਕਣ ਦੇ ਲਈ ਕੰਮ ਕਰਦਾ ਸੀ। ਅੱਗੇ ਚੱਲਦੇ ਹਾਂ। प्राक्कलन समिति में कितने सदस्य होते हैं? ਅਸੀਂ ਦੇਖਦੇ ਹਾਂ ਕੌਂਸਟੀਟਿਊਸ਼ਨ ਦਾ ਕੁਐਸਚਨ ਆ। ਇੱਕ ਸਮਿਤੀ ਹੁੰਦੀ ਹੈ ਐਸਟੀਮੇਟ ਕਮੇਟੀ, ਉਹਨੂੰ ਹਿੰਦੀ 'ਚ ਪ੍ਰਾਕਲਨ ਸਮਿਤੀ ਕਿਹਾ ਜਾਂਦਾ ਹੁੰਦਾ, ਜੋ ਐਸਟੀਮੇਟ ਕਰਦੀ ਹੈ, ਐਸਟੀਮੇਟ ਲਾਉਂਦੀ ਆ ਵੀ ਭਾਈ ਕੀ ਯੋਜਨਾਵਾਂ ਭਾਰਤ ਵਾਸਤੇ ਬਣਾਉਣੀਆਂ ਨੇ, ਨਵੀਆਂ ਯੋਜਨਾਵਾਂ ਕੀ ਹੋਣੀਆਂ ਚਾਹੀਦੀਆਂ ਨੇ। ਇਹ ਸਮਿਤੀ ਦੇ ਵਿੱਚ ਮੈਂਬਰਾਂ ਦੀ ਗਿਣਤੀ 30 ਹੁੰਦੀ ਸਾਥੀਓ। ਅਸੀਂ ਦੇਖਦੇ ਹਾਂ ਕਿ ਲੋਕ ਸਭਾ ਦੇ ਵੀ ਅਤੇ ਰਾਜ ਸਭਾ ਦੇ ਵੀ ਦੋਵਾਂ ਦੇ ਮੈਂਬਰ ਹੀ ਇਹ ਪ੍ਰਾਕਲਨ ਸਮਿਤੀ ਦੇ ਵਿੱਚ ਕੀ ਆ, ਮੈਂਬਰ ਹੁੰਦੇ ਨੇ। 20 ਮੈਂਬਰ ਲੋਕ ਸਭਾ ਤੋਂ, 10 ਮੈਂਬਰ ਰਾਜ ਸਭਾ ਤੋਂ, ਟੋਟਲ 30 ਮੈਂਬਰ ਹੁੰਦੇ ਨੇ ਜਿਹੜੇ ਕਿ ਇਹ ਐਸਟੀਮੇਟ ਕਮੇਟੀ ਦੇ ਵਿੱਚ ਪਾਰਟੀਸਪੇਟ ਕਰਦੇ। ਸੌਖਾ ਕੁਐਸਚਨ ਪਰ ਬਹੁਤ ਇੰਪੋਰਟੈਂਟ। ਜੀਡੀ ਵਿੱਚ ਇਹ ਕੁਐਸਚਨ ਹਮੇਸ਼ਾ ਆਉਂਦਾ ਕਿ ਮਾਊਂਟ ਐਵਰੈਸਟ ਕਿਸ ਦੇਸ਼ ਵਿੱਚ ਹੈ? ਮਾਊਂਟ ਐਵਰੈਸਟ ਹੈਗੇ ਸਾਥੀਓ ਨੇਪਾਲ 'ਚ। ਪਹਿਲਾਂ ਵੀ ਗੱਲ ਕੀਤੀ ਸੀ, ਨੇਪਾਲ ਦੀ ਰਾਜਧਾਨੀ ਕਿਹੜੀ ਹੈ? ਕਾਠਮਾਂਡੂ। ਆਪਾਂ ਗੱਲ ਕੀਤੀ ਸੀ ਕਿ ਕਾਠਮਾਂਡੂ ਤੋਂ ਮਾਊਂਟ ਐਵਰੈਸਟ ਸਟਾਰਟ ਹੁੰਦੀ ਆ। ਮਾਊਂਟ ਐਵਰੈਸਟ ਦਾ ਪੁਰਾਣਾ ਨਾਮ ਸਾਗਰ ਮਾਥਾ, ਸਾਗਰ ਮਾਥਾ ਇਹਦਾ ਪੁਰਾਣਾ ਨਾਮ ਆ। ਅਤੇ ਨੇਪਾਲ ਦੀ ਆਪਣੀ ਕੋਈ ਫੌਜ ਨਹੀਂ ਹੈਗੀ, ਧਿਆਨ ਰੱਖਣਾ। ਪੁਲਿਸ ਹੈਗੀ ਆ। ਸਾਡਾ ਸਮਝੌਤਾ ਹੋਇਆ ਹੈ ਨੇਪਾਲ ਨਾਲ, ਅੰਗਰੇਜ਼ਾਂ ਨੇ ਸਮਝੌਤਾ ਕੀਤਾ ਸੀ। ਕੀ ਸਮਝੌਤਾ? ਵੀ ਜੇਕਰ ਤੁਹਾਡੇ 'ਤੇ ਹਮਲਾ ਹੁੰਦਾ ਤਾਂ ਉਹਦੀ ਰੱਖਿਆ ਕੌਣ ਕਰੂਗਾ? ਭਾਰਤ ਕਰੂਗਾ। ਤਾਂ ਭਾਰਤ ਦਾ ਭਾਗ, ਇੱਕ ਤਰੀਕੇ ਨਾਲ ਭਾਗ ਨੇ ਉਹ। ਜੇਕਰ ਕੱਲ੍ਹ ਨੂੰ ਹਮਲਾ ਹੁੰਦਾ ਨੇਪਾਲ 'ਤੇ ਤਾਂ ਭਾਰਤੀ ਫੌਜੀ ਉਹਨੂੰ ਬਚਾਉਣ ਦੇ ਲਈ ਜਾਣਗੇ। ਤਾਈਓ ਨੇਪਾਲ ਦੇ ਵਿੱਚੋਂ ਨੇਪਾਲੀ ਜਿਹੜੇ ਫੌਜੀ ਨੇ ਉਹ ਭਾਰਤ ਦੀ ਫੌਜ ਵਿੱਚ ਕਰਕੇ ਕਰਦੇ ਨੇ, ਪਾਰਟੀਸਪੇਟ ਕਰਦੇ ਨੇ। ਆਲਾ ਜਿਹੜਾ ਕੁਐਸਚਨ ਆ ਉਹ ਹੈਗਾ ਵਿੱਤੀ ਆਪਾਤਕਾਲ। ਵਿੱਤੀ ਆਪਾਤਕਾਲ ਭਾਵ ਫਾਈਨੈਂਸ਼ੀਅਲ ਐਮਰਜੈਂਸੀ। ਸਾਥੀਓ ਸਰਕਾਰ ਕੋਲ ਪਾਵਰ ਵੀ ਹੁੰਦੀ ਹੈ, ਜੇਕਰ ਸਰਕਾਰ ਕੋਲ ਰੁਪਇਆ ਖਤਮ ਹੋ ਜਾਵੇ ਤਾਂ ਕੁਝ ਸਮੇਂ ਲਈ ਜਿੰਨੇ ਵੀ ਮੰਤਰੀ ਹੁੰਦੇ ਨੇ, ਜਿੰਨੇ ਵੀ ਸਰਕਾਰੀ ਮਹਿਕਮੇ ਹੁੰਦੇ ਨੇ, ਉਹਨਾਂ ਦੀਆਂ ਤਨਖਾਹਾਂ ਰੋਕ ਸਕਦੀ ਆ। ਅਤੇ ਨਾਲ ਜਿਵੇਂ ਫੌਜ ਆ ਉਹਦੀ ਤਨਖਾਹ ਰੋਕ ਸਕਦੀਆਂ ਨੇ ਵੀ ਜੇਕਰ ਕੋਈ ਪ੍ਰੋਬਲਮ ਆ ਜਾਵੇ, ਸਰਕਾਰ ਕੋਲ ਰੁਪਇਆ ਨਾ ਹੋਵੇ। ਤਾਂ ਇਹ ਸੰਵਿਧਾਨ ਦੇ ਕਿਹੜੇ ਆਰਟੀਕਲ 'ਚ ਆਉਂਦਾ? ਅਸੀਂ ਦੇਖਦੇ ਹਾਂ ਸੰਵਿਧਾਨ ਦੇ 360 ਆਰਟੀਕਲ 'ਚ ਇਹ ਗੱਲ ਕਹੀ ਗਈ ਹੈ ਵੀ ਜੇਕਰ ਸਰਕਾਰ ਕੋਲ ਰੁਪਇਆ ਨਹੀਂ ਹੈਗਾ ਤਾਂ ਸਰਕਾਰ ਇੱਕ ਵਾਰੀ ਕੀ ਲਾਊਗੀ? ਫਾਈਨੈਂਸ਼ੀਅਲ ਐਮਰਜੈਂਸੀ ਲਾਊਗੀ, ਜਿਹਦੇ ਵਿੱਚ ਜਿਹੜੀਆਂ ਤਨਖਾਹਾਂ ਸਰਕਾਰੀ ਲੋਕਾਂ ਨੂੰ ਦੇਣੀਆਂ ਹੁੰਦੀਆਂ ਨੇ ਉਹ ਸਾਰੀਆਂ ਤਨਖਾਹਾਂ ਰੋਕ ਦਿੱਤੀਆਂ ਜਾਂਦੀਆਂ ਨੇ। ਅਤੇ ਜ਼ਰੂਰੀ ਨਹੀਂ ਕਿ ਬਾਅਦ 'ਚੋਂ ਦੇਊਗੀ ਉਹ। ਤਾਂ ਜੇ ਰੋਕਤੀਆਂ, ਮੰਨ ਲਓ 5 ਮਹੀਨੇ ਤਨਖਾਹ ਨਹੀਂ ਹੈਗੀ ਤਾਂ ਆਪਾਂ ਲੜ ਨਹੀਂ ਸਕਦੇ ਵੀ ਨਹੀਂ ਜੀ ਸਾਡਾ 5 ਮਹੀਨੇ ਸਾਨੂੰ ਪਹਿਲਾਂ ਤਨਖਾਹ ਰਹਿੰਦੀਆਂ ਸਾਨੂੰ ਪੂਰੀਆਂ ਕਰੋ, ਐਂ ਨਹੀਂ ਕਰ ਸਕਦੇ। अब तक भारत में कितनी बार वित्तीय आपातकाल का फाइनेंशियल एमरजेंसी लाई जा चुकी है? ਸਾਡੇ ਵਾਸਤੇ ਮਾਣ ਦੀ ਗੱਲ ਆ ਕਿ ਅੱਜ ਤੱਕ ਭਾਰਤ ਦੇ ਵਿੱਚ ਕਦੇ ਵੀ ਰੁਪਈਆਂ ਦੀ ਕਮੀ ਨਹੀਂ ਆਈ। ਤਾਂ ਭਾਰਤ ਵਿੱਚ ਅੱਜ ਤੱਕ ਕਦੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ ਹੋਈ ਸਾਥੀਓ। ਧਿਆਨ ਰੱਖਣਾ, ਭਾਰਤ ਵਿੱਚ ਕਦੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਵਿੱਤੀ ਆਪਾਤਕਾਲ ਨਹੀਂ ਲਾਇਆ ਗਿਆ। अगला क्वेश्चन है गूगल क्या है? तो गूगल क्या है? एक सर्च इंजन। सौखा क्वेश्चन है। गूगल
ਸਰਚ ਇੰਜਨ ਆ, ਜਿੱਥੇ ਅਸੀਂ ਕੁਝ ਵੀ ਸਰਚ ਕਰਦੇ ਹਾਂ ਸਾਨੂੰ ਆਨਸਰ ਦੇਣ ਦੀ ਕੋਸ਼ਿਸ਼ ਕਰਦਾ। ਕੁਐਸਚਨ ਇਹ ਵੀ ਬਣਦਾ ਕਿ ਗੂਗਲ ਕੰਪਨੀ ਕਿਹੜੇ ਦੇਸ਼ ਦੀ ਸਾਥੀਓ? ਅਸੀਂ ਦੇਖਦੇ ਹਾਂ ਜਿਹੜੀ ਗੂਗਲ ਦੀ ਕੰਪਨੀ ਹੈ ਇਹ ਅਮਰੀਕਾ ਦੀ ਕੰਪਨੀ ਆ। ਅਮਰੀਕਾ ਦੇ ਵਿੱਚ ਗੂਗਲ ਕੰਪਨੀ ਬਣਾਈ ਗਈ ਸੀ। ਤੁਹਾਡੇ ਵਾਸਤੇ ਕੁਐਸਚਨ ਆ, ਹੁਣ ਮੈਨੂੰ ਮੈਸੇਜ ਕਰਿਓ ਕਮੈਂਟ ਬਾਕਸ 'ਚ, ਇਹ ਗੂਗਲ ਦੀ ਕੰਪਨੀ ਦਾ ਫਾਊਂਡਰ ਕੌਣ ਆ? ਕਿਸ ਦੁਆਰਾ ਗੂਗਲ ਦੀ ਕੰਪਨੀ ਬਣਾਈ ਗਈ ਆ? ਜਿਵੇਂ ਕਿ ਫੇਸਬੁੱਕ ਕੰਪਨੀ ਆਪਣੀ ਆਰਮੀ ਜਿਹੜੀ 'ਚ ਪੁੱਛਿਆ ਹੋਇਆ, ਕਿਸ ਦੁਆਰਾ ਬਣਾਈ ਗਈ ਆ? ਮਾਰਕ ਜ਼ਕਰਬਰਗ ਦੁਆਰਾ। ਮਾਰਕ ਜ਼ਕਰਬਰਗ ਨੇ ਫੇਸਬੁੱਕ ਕੰਪਨੀ ਬਣਾਈ ਹੈ ਜੋ ਕਿ ਅਮਰੀਕਨ ਬੰਦਾ ਹੀ ਆ। ਤਾਂ ਉਵੇਂ ਗੂਗਲ ਕੰਪਨੀ ਵੀ ਅਮਰੀਕਾ ਦੀ ਆ। ਕੁਐਸਚਨ ਇਹ ਵੀ ਕਿਹਨੇ ਬਣਾਈ ਆ ਇਹ ਗੂਗਲ? ਅਤੇ ਮਾਣ ਵਾਲੀ ਗੱਲ ਇਹ ਆ ਕਿ ਜਿਹੜਾ ਹੁਣ ਇਹਦਾ ਮੁਖੀ ਆ ਗੂਗਲ ਦਾ ਉਹ ਆਪਣਾ ਭਾਰਤੀ ਆ, ਜਿਹਦਾ ਨਾਂ ਹੈਗਾ ਸੁੰਦਰ ਪਿਚਾਈ। ਸੁੰਦਰ ਪਿਚਾਈ ਜੀ ਐਟ ਟਾਈਮ ਗੂਗਲ ਕੰਪਨੀ ਦੇ ਕੀ ਨੇ ਮਾਲਕ ਮੰਨੋ CEO ਕਹਿੰਦੇ ਨੇ, ਚੀਫ ਐਗਜ਼ੀਕਿਊਟਿਵ ਆਫਿਸਰ, ਜਿਹੜੇ ਸਭ ਤੋਂ ਜਿਹੜਾ ਸਾਰਾ ਕੰਮ ਸਾਂਭਦੇ ਨੇ ਕੰਪਨੀ ਦਾ, ਉਹ ਇੱਕ ਭਾਰਤੀ ਬੰਦਾ ਸੁੰਦਰ ਪਿਚਾਈ, ਉਹਨਾਂ ਦੇ ਅੰਡਰ ਹੀ ਆਉਂਦੀ ਹੈ। आदर्श गैस, आदर्श गैस ने नोबल गैस की ऊर्जा किस पर निर्भर करती है? तो ਅਸੀਂ ਦੇਖਦੇ ਹਾਂ ਕਿ ਕਿਸੇ ਵੀ ਗੈਸ ਦੀ ਜਿਹੜੀ ਊਰਜਾ ਹੁੰਦੀ ਆ ਉਹਦੀ ਮੋਲ ਕੀ ਸੰਖਿਆ। ਮੋਲ ਸਾਥੀਓ ਜਿਹੜਾ ਮਾਦਾ ਆਪਾਂ ਪੜ੍ਹਦੇ ਹਾਂ, ਮੈਟਰ ਪੜ੍ਹਦੇ ਹਾਂ, ਮਾਦਾ ਨੂੰ ਮੋਲ ਵਿੱਚ ਮਾਪਿਆ ਜਾਂਦਾ। ਤਾਂ ਜਿਹੜੀ ਮਾਦਾ ਦੀ ਸੰਖਿਆ ਜਿੰਨੀ ਜ਼ਿਆਦਾ ਹੋਊ ਉਨੀ ਕਿਸੇ ਗੈਸ ਦੀ ਊਰਜਾ ਕੀ ਹੋਊ ਜ਼ਿਆਦਾ। ਤਾਂ ਮੋਲ ਦੀ ਜਿੰਨੀ ਮਾਤਰਾ ਜ਼ਿਆਦਾ, ਮੋਲ ਕੀ ਹੈ? ਇਕਾਈ ਆ ਕਿਹਨੂੰ ਮਾਪਣ ਦੀ? ਮੈਟਰ ਨੂੰ ਮਾਪਣ ਦੀ। ਮਾਦੇ ਨੂੰ ਮਾਪਣ ਦੀ ਜਿਹੜੀ ਇਕਾਈ ਆ ਉਹ ਕੀ ਆ? ਮੋਲ ਆ। ਅਤੇ ਜਿੰਨੀ ਉਹਦੀ ਮਾਤਰਾ ਜ਼ਿਆਦਾ ਉਨੀ ਆਦਰਸ਼ ਗੈਸ ਕੀ ਹੋਊਗੀ? ਦੀ ਊਰਜਾ ਕੀ ਹੋਊਗੀ? ਜ਼ਿਆਦਾ। ਸੋ ਸਾਥੀਓ ਜ਼ਿਆਦਾ ਕੰਮ ਨਹੀਂ, ਅੱਜ ਵਾਸਤੇ ਇੰਨਾ ਹੀ ਕੰਮ ਆ। ਇਹਨੂੰ ਚੰਗੀ ਤਰ੍ਹਾਂ ਕਰਨਾ ਕੰਮ ਨੂੰ, ਅਤੇ ਨਾਲ ਨਾਲ ਕੋਈ ਵੀ ਬੱਚਾ CHSL ਦੀ, ਰੇਲਵੇ ਦੀ ਤਿਆਰੀ, ਬੈਂਕਿੰਗ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਸਾਡੇ ਕੋਲ ਪਹੁੰਚ ਸਕਦਾ। ਫ਼ੋਨ ਨੰਬਰ ਤੁਹਾਨੂੰ ਉੱਪਰ ਲਿਖਿਆ ਪਿਆ, ਫ਼ੋਨ ਲਾ ਕੇ ਦੈਟ ਇਜ਼ ਕੀ ਹੈ ਸਾਡੇ ਕੋਲ ਪਹੁੰਚੋ। ਰਿਹਾਇਸ਼ ਦਾ ਵਧੀਆ ਪ੍ਰਬੰਧ ਹੈ। ਧੰਨਵਾਦ ਜੀ।